Hello students, how are you? Welcome to your botany lecture. Beta, today we will start photosynthesis. Photosynthesis ਤੁਸੀਂ ਪੜ੍ਹਿਆ ਹੋਇਆ ਆ। ਅਗਰ ਇਹਦੀ ਡੈਫੀਨੇਸ਼ਨ ਦੇਖੀਏ ਤਾਂ photosynthesis ਪ੍ਰੋਸੈਸ ਆ ਜਿਹਦੇ ਵਿੱਚ ਐਨਰਜੀ ਰਿਚ ਕੰਪਾਊਂਡਸ ਜਿਵੇਂ ਕਾਰਬੋਹਾਈਡਰੇਟ ਸਿੰਥੇਸਾਈਜ਼ਡ ਹੁੰਦੇ ਆ ਸਿੰਪਲ ਇਨਆਰਗੈਨਿਕ ਕੰਪਾਊਂਡਸ ਤੋਂ ਜਿਵੇਂ ਕਿ ਕਾਰਬਨ ਡਾਈਆਕਸਾਈਡ ਐਂਡ ਵਾਟਰ in the presence of chlorophyll and sunlight with the liberation of oxygen। ਤੇ ਇਹ ਪ੍ਰੋਸੈਸ ਜਿਹੜਾ ਆ ਲੀਵਸ ਦੇ ਵਿੱਚ ਹੁੰਦਾ ਆ ਇਨ ਦ ਗ੍ਰੀਨ ਪਲਾਂਟਸ। ਹੁਣ ਬੇਸਿਕਲੀ ਜੇ ਅਸੀਂ ਗੱਲ ਕਰੀਏ ਫੋਟੋਸਿੰਥੇਸਿਸ ਦੀ ਤਾਂ ਇਹ ਜਿਹੜਾ ਪ੍ਰੋਸੈਸ ਆ ਸਭ ਤੋਂ ਪਹਿਲਾਂ ਹਿੱਲ ਸਾਇੰਟਿਸਟ ਸੀਗਾ ਜਿਹਨੇ ਫੋਟੋਸਿੰਥੇਸਿਸ ਦੇ ਬਾਰੇ 'ਚ ਦੱਸਿਆ ਸੀਗਾ ਔਰ ਉਸ ਵੇਲੇ ਹਿੱਲ ਦਾ ਮੰਨਣਾ ਸੀਗਾ ਕਿ ਕਾਰਬਨ ਡਾਈਆਕਸਾਈਡ ਔਰ ਵਾਟਰ ਮਿਲ ਕੇ ਸਨਲਾਈਟ ਔਰ ਕਲੋਰੋਫਿਲ ਦੀ ਪ੍ਰੈਜ਼ੈਂਸ ਦੇ ਵਿੱਚ ਕਾਰਬੋਹਾਈਡਰੇਟ ਗਲੂਕੋਜ਼ ਬਣਾਉਂਦੇ ਆ ਅਤੇ ਆਕਸੀਜਨ ਜਿਹੜੀ ਆ ਐਜ਼ ਅ ਬਾਈ ਪ੍ਰੋਡਕਟ ਬਾਹਰ ਨਿਕਲਦੀ ਆ। ਹੌਲੀ ਇਹ ਹੁਣ ਇੱਕ ਦਿਨ 'ਚ ਇਸ ਪ੍ਰੋਸੈਸ ਬਾਰੇ ਨਹੀਂ ਦੱਸਿਆ ਗਿਆ, ਸਾਰੇ ਕਾਫੀ ਡੀਪ ਸਟੱਡੀ ਕਰਕੇ ਰਿਐਕਸ਼ਨਸ ਦੇਖ ਕੇ ਕੰਪਾਊਂਡਸ ਦੀ ਸਟੱਡੀ ਕਰਕੇ ਫਿਰ ਇਸ ਪ੍ਰੋਸੈਸ ਦੇ ਬਾਰੇ 'ਚ ਦੱਸਿਆ ਗਿਆ ਕਿ ਇਹਨੂੰ ਫੋਟੋਸਿੰਥੇਸਿਸ ਕਹਿੰਦੇ ਆ। ਹੁਣ ਬੇਟਾ ਹਿੱਲ ਨੇ ਜਿਵੇਂ ਕਿਹਾ ਸੀਗਾ ਕਿ ਕਾਰਬਨ ਡਾਈਆਕਸਾਈਡ ਅਤੇ 6 ਵਾਟਰ ਮੋਲੀਕਿਊਲਸ ਕੰਜ਼ਿਊਮ ਹੁੰਦੇ ਆ, ਇਹ ਮਿਲ ਕੇ ਸਨਲਾਈਟ ਔਰ ਕਲੋਰੋਫਿਲ ਦੀ ਪ੍ਰੈਜ਼ੈਂਸ ਦੇ ਵਿੱਚ ਗਲੂਕੋਜ਼ ਜਾਂ ਆਕਸੀਜਨ ਬਣਾਉਂਦੇ ਆ। ਪਰ ਬਾਅਦ ਵਿੱਚ ਸਾਇੰਟਿਸਟ ਸੀਗੇ ਰੂਬਨ ਐਂਡ ਕਾਮਿਨ, ਉਹਨਾਂ ਨੇ ਸਟੱਡੀ ਕੀਤਾ ਸੀਗਾ ਅਤੇ ਉਹਨਾਂ ਨੇ ਫਿਰ ਇਸ ਕਨਕਲੂਜਨ 'ਤੇ ਪਹੁੰਚੇ ਕਿ ਜਿਹੜੀ ਆ ਆਕਸੀਜਨ ਨਿਕਲਦੀ ਆ ਇਹ ਆਕਸੀਜਨ ਕੋਈ ਕਾਰਬਨ ਡਾਈਆਕਸਾਈਡ ਦੀ ਨਹੀਂ ਹੈਗੀ ਜਾਂ ਕਾਰਬਨ ਡਾਈਆਕਸਾਈਡ ਦੇ ਰਿਐਕਸ਼ਨ ਨਾਲ ਨਹੀਂ ਨਿਕਲਦੀ ਹੈਗੀ, ਬਲਕਿ ਇਹ ਵਾਟਰ ਦੇ ਡਿਸੋਸੀਏਸ਼ਨ ਜਾਂ ਆਕਸੀਡੇਸ਼ਨ ਆਫ ਵਾਟਰ ਦੇ ਨਾਲ ਨਿਕਲਦੀ ਹੈ। ਠੀਕ ਹੈ, ਇਹ ਜਦੋਂ ਇਹ ਪ੍ਰੂਵ ਹੋ ਗਿਆ ਰੂਬਨ ਐਂਡ ਕਾਮਿਨ ਦੇ ਦੁਆਰਾ ਤਾਂ ਉੱਪਰ ਵਾਲੀ ਜਿਹੜੀ ਹਿੱਲ ਦੀ ਰਿਐਕਸ਼ਨ ਸੀਗੀ ਉਹ ਗਲਤ ਸਾਬਿਤ ਹੋ ਗਈ ਕਿਉਂਕਿ ਇਹਦੇ ਵਿੱਚ ਉਹਨਾਂ ਨੇ 6 ਵਾਟਰ ਮਾਲੀਕਿਊਲ ਯੂਜ਼ ਕੀਤੇ ਸੀਗੇ ਅਤੇ ਫਿਰ ਉਹਨਾਂ ਨੇ ਦੱਸਿਆ ਕਿ 6 ਆਕਸੀਜਨ ਨਿਕਲ ਗਏ। ਤਾਂ ਜੇ ਹੁਣ ਤੁਸੀਂ ਇੱਥੇ ਬੈਲੈਂਸ ਕਰਦੇ ਆ 6 2 ਜਾਂ 12 ਤਾਂ 12 ਜਿਹੜੇ ਆ 6 ਆਕਸੀਜਨ ਮਾਲੀਕਿਊਲਸ ਹੋਰ ਬਚਦੇ ਆ ਤਾਂ ਉਹ ਬੈਲੈਂਸ ਨਹੀਂ ਹੋ ਰਹੀ ਸੀਗੀ। ਤਾਂ ਫਿਰ ਰੂਬਨ ਐਂਡ ਕਾਮਿਨ ਨੇ ਜਿਹੜੀ ਇਕੁਏਸ਼ਨ ਦਿੱਤੀ ਸੀਗੀ ਬੈਲੈਂਸ ਕਰਨ ਲਈ ਉਹਨਾਂ ਨੇ ਕਿਹਾ ਕਿ 6 ਕਾਰਬਨ ਡਾਈਆਕਸਾਈਡ ਪਲੱਸ 12 ਵਾਟਰ ਮਾਲੀਕਿਊਲਸ ਸਨਲਾਈਟ ਔਰ ਕਲੋਰੋਫਿਲ ਦੀ ਪ੍ਰੈਜ਼ੈਂਸ ਦੇ ਵਿੱਚ ਗਲੂਕੋਜ਼ ਆਕਸੀਜਨ ਅਤੇ ਵਾਟਰ ਬਣਾਉਂਦੇ ਆ। ਆਕਸੀਜਨ ਇਜ਼ ਦਾ ਬਾਈ ਪ੍ਰੋਡਕਟ ਆਫ ਦਾ ਡਿਸੋਸੀਏਸ਼ਨ ਔਰ ਆਕਸੀਡੇਸ਼ਨ ਆਫ ਦਾ ਵਾਟਰ। ਤਾਂ ਹੁਣ ਜਿਹੜੀ ਰਿਐਕਸ਼ਨ ਹੈ ਉਹ ਆਹ ਵਾਲੀ ਰਿਐਕਸ਼ਨ ਜਿਹੜੀ ਹੈ ਸਹੀ ਮੰਨੀ ਜਾਂਦੀ ਆ। ਜੇ ਤੁਸੀਂ ਸਾਰਿਆਂ ਨੇ TS ਆਫ ਲੀਫ ਦੇਖਿਆ ਆ, ਉੱਪਰ ਕਿਊਟੀਕਲ, ਇਪੀਡਰਮਿਸ, ਮੀਜ਼ੋਫਿਲ ਸੈਲਸ, ਇਹ ਦੋ ਤਰ੍ਹਾਂ ਦੇ ਸੈਲਸ ਮੀਜ਼ੋਫਿਲ ਟਿਸ਼ੂਜ਼ ਜਿਹੜੇ ਆ ਦੋ ਤਰ੍ਹਾਂ ਦੇ ਸੈਲਸ 'ਤੇ ਬਣੇ ਹੁੰਦੇ ਆ, ਪੈਲੀਸੇਡ ਅਤੇ ਸਪੌਂਜੀ ਸੈਲਸ। ਹੁਣ ਇਹ ਮੀਜ਼ੋਫਿਲ ਟਿਸ਼ੂਜ਼ ਦੇ ਵਿੱਚ ਜਿਹੜੇ ਆ ਇਹ ਕਲੋਰੋਪਲਾਸਟ ਆ ਡਾਟਸ ਜਿਹੜੇ ਆ ਕਲੋਰੋਪਲਾਸਟ ਪ੍ਰੈਜ਼ੈਂਟ ਹੁੰਦਾ ਆ ਅਤੇ ਇਹ ਕਲੋਰੋਪਲਾਸਟ ਦੇ ਅੰਦਰ ਕਲੋਰੋਫਿਲ A B C D E ਜਿਹੜੇ ਵੀ ਕਲੋਰੋਫਿਲ ਪਿਗਮੈਂਟਸ ਹੈਲਪ ਕਰਦੇ ਆ ਫॉर ਦਾ ਸਿੰਥੇਸਿਸ ਆਫ ਦਾ ਫੂਡ। ਤਾਂ ਇਹਨਾਂ ਦੇ ਅੰਦਰ ਕਲੋਰੋਫਿਲ ਪ੍ਰੈਜ਼ੈਂਟ ਹੁੰਦਾ ਆ ਡਿਊ ਟੂ ਵਿਚ ਦੇਅਰ ਕਲਰ ਇਜ਼ ਗ੍ਰੀਨ ਐਜ਼ ਵੈਲ ਐਜ਼ ਉਹ ਕਲੋਰੋਫਿਲ ਜਿਹੜੀ ਆ ਇਨ ਦਾ ਪ੍ਰੈਜ਼ੈਂਸ ਆਫ ਸਨਲਾਈਟ ਮੈਨੂਫੈਕਚਰ ਕਰਦੇ ਆ, ਸਿੰਥੇਸਾਈਜ਼ ਕਰਦੇ ਆ ਫੂਡ ਅਤੇ ਬਾਈ ਪ੍ਰੋਡਕਟ ਕਾਰਬਨ ਆਕਸੀਜਨ ਵਗੈਰਾ ਨਿਕਲਦੇ ਆ। ਇਹ ਫੋਟੋਸਿੰਥੇਸਿਸ ਪ੍ਰੋਸੈਸ ਦੇ ਵਿੱਚ ਹੁੰਦਾ ਹੈ। ਜੇਕਰ ਹੁਣ ਅਸੀਂ ਗੱਲ ਕਰੀਏ ਕਿ ਵਾਟ ਇਜ਼ ਦਾ ਸਾਈਟ ਆਫ ਫੋਟੋਸਿੰਥੇਸਿਸ, ਕਿ ਫੋਟੋਸਿੰਥੇਸਿਸ ਕਿੱਥੇ ਹੁੰਦਾ ਹੈ, ਤਾਂ ਬੇਟਾ ਤੁਸੀਂ ਸਾਰਿਆਂ ਨੇ ਕਲੋਰੋਪਲਾਸਟ ਦਾ ਸਟਰਕਚਰ ਡਿਟੇਲ 'ਚ ਪੜ੍ਹਿਆ ਆ ਕਿ ਆਹ
ਆਊਟਰ ਮੈਂਬਰੇਨ ਆਫ ਕਲੋਰੋਪਲਾਸਟ, ਟੂ ਮੈਂਬਰੇਨ ਡਬਲ ਮੈਂਬਰੇਨ ਬਾਉਂਡ ਆਰਗੇਨਲੀ ਆ ਇਹ ਕਲੋਰੋਪਲਾਸਟ ਜਿਹੜਾ ਆ। ਆਊਟਰ ਇਨਰ ਮੈਂਬਰੇਨ ਇੱਥੇ ਸਟ੍ਰੋਮਾ ਹੁੰਦਾ ਆ। ਫਿਰ ਆਹ ਜਿਹੜੇ ਆ ਥਾਈਲੇਕੋਇਡਸ। ਹੁਣ ਇਹ ਥਾਈਲੇਕੋਇਡਸ ਜਿਹੜੇ ਆ ਇੱਦਾਂ ਇੱਕ ਦੇ ਉੱਪਰ ਇੱਕ ਪ੍ਰੈਜ਼ੈਂਟ ਹੁੰਦੇ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਟੈਕਸ ਆਫ ਥਾਈਲੇਕੋਇਡਸ, ਅਤੇ ਕੰਬਾਈਨਲੀ ਸਟੈਕ ਆਫ ਥਾਈਲੇਕੋਇਡਸ ਨੂੰ ਗ੍ਰੈਨਮ ਕਹਿ ਦਿੰਦੇ ਆ। ਠੀਕ ਹੈ। ਅਤੇ ਹੁਣ ਫੋਟੋਸਿੰਥੇਸਿਸ ਜਿਹੜਾ ਆ ਕਲੋਰੋਪਲਾਸਟ ਦੇ ਅੰਦਰ ਹੁੰਦਾ, ਇਹ ਤਾਂ ਕਨਫਰਮ ਆ। ਇਹ ਕਲੋਰੋਪਲਾਸਟ ਦੇ ਵਿੱਚ ਕਲੋਰੋਫਿਲ ਪਿਗਮੈਂਟ ਪ੍ਰੈਜ਼ੈਂਟ ਹੁੰਦੇ ਆ। ਜੇਕਰ ਅਸੀਂ ਗੱਲ ਕਰੀਏ ਫੋਟੋਸਿੰਥੇਸਿਸ ਦੇ ਵਿੱਚ ਦੋ ਤਰ੍ਹਾਂ ਦੀ ਰਿਐਕਸ਼ਨਸ ਹੁੰਦੀ ਆ, ਲਾਈਟ ਐਂਡ ਡਾਰਕ ਰਿਐਕਸ਼ਨ। ਲਾਈਟ ਰਿਐਕਸ਼ਨ ਜਿਹੜੀ ਆ ਇੱਥੇ ਸਟ੍ਰੋਮਾ ਦੇ ਵਿੱਚ ਹੁੰਦੀ ਆ, ਅਤੇ ਡਾਰਕ ਰਿਐਕਸ਼ਨ ਜਿਹੜੀ ਆ ਥਾਈਲੇਕੋਇਡ ਮੈਂਬਰੇਨ ਦੇ ਵਿੱਚ ਹੁੰਦੀ ਆ। ਤਾਂ ਜੇ ਹੁਣ ਲਾਈਟ ਰਿਐਕਸ਼ਨ ਅਸੀਂ ਪਹਿਲਾਂ ਦੇਖੀਏ, ਇਨ ਸ਼ਾਰਟ ਅਸੀਂ ਪੜ੍ਹਦੇ ਹਾਂ, ਤਾਂ ਆਹ ਜਿਹੜੀ ਥਾਈਲੇਕੋਇਡ ਦੀ ਮੈਂਬਰੇਨ ਆ, ਆਹ ਥਾਈਲੇਕੋਇਡ ਦੀ ਜਿਹੜੀ ਮੈਂਬਰੇਨ ਆ, ਜਦੋਂ ਅਸੀਂ ਇਹਦਾ ਲਿਊਮਨ ਆ ਜਾਂ ਮੈਂਬਰੇਨ ਆ ਇਹਦਾ TS ਕੱਟਦੇ ਹਾਂ, ਤਾਂ TS ਕੱਟ ਕੇ ਇਲੈਕਟ੍ਰੋਨ ਮਾਈਕਰੋਸਕੋਪ ਦੇ ਵਿੱਚ ਅਗਰ ਦੇਖੀਏ ਤਾਂ ਇਹ ਸਾਨੂੰ ਲਿਪਿਡ, ਇਹ ਮੈਂਬਰੇਨ ਜਿਹੜੀ ਆ ਲਿਪਿਡ ਬਾਇਲੇਅਰ ਦੀ ਬਣੀ ਹੁੰਦੀ ਆ। ਲਿਪਿਡ ਬਾਇਲੇਅਰ ਆ, ਅਤੇ ਇਸ ਮੈਂਬਰੇਨ ਦੇ ਵਿੱਚ ਲਗਭਗ 5 ਸੁਪਰਾ ਮੋਲੀਕੂਲਰ ਕੰਪਲੈਕਸਿਸ ਪ੍ਰੈਜ਼ੈਂਟ ਹੁੰਦੇ। ਇਸ ਤਰ੍ਹਾਂ ਦੇ 1 2 3 4 5 ਸੁਪਰਾ ਮੋਲੀਕੂਲਰ ਕੰਪਲੈਕਸਿਸ ਪ੍ਰੈਜ਼ੈਂਟ ਹੁੰਦੇ। ਹੁਣ ਇਹ ਕੰਪਲੈਕਸਿਸ ਦੇ ਵਿੱਚ ਡਿਫਰੈਂਟ ਕੰਪਾਊਂਡਸ ਜਾਂ ਫੋਟੋ ਸਿਸਟਮਸ ਪ੍ਰੈਜ਼ੈਂਟ ਹੁੰਦੇ ਆ, ਜਿਹੜੇ ਕਿ ਸਾਈਕਲਿਕ ਔਰ ਨਾਨ ਸਾਈਕਲਿਕ ਫਾਸਫੋਰੀਲੇਸ਼ਨ ਰਿਐਕਸ਼ਨਸ ਜਾਂ ਸਾਈਕਲ ਕੰਪਲੀਟ ਕਰਦੇ ਆ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਆਲੇ ਦੁਆਲੇ ਮੋਬਾਈਲ ਇਲੈਕਟ੍ਰੋਨ ਕਰੀਅਰਸ ਵੀ ਪ੍ਰੈਜ਼ੈਂਟ ਹੁੰਦੇ ਆ, ਜਿਹੜੇ ਇਲੈਕਟ੍ਰੋਨ ਨੂੰ ਵਨ ਪਲੇਸ ਟੂ ਅਨਦਰ ਜਾਂ ਵਨ ਕੰਪਾਊਂਡ ਟੂ ਅਨਦਰ ਕੰਪਾਊਂਡਸ ਪਹੁੰਚਾਉਂਦੇ ਆ। ਤਾਂ ਦੇਖਣ ਨੂੰ ਬੇਟਾ ਇਹ ਜਿਹੜਾ ਹੈਗਾ ਆ, ਇਹ ਤੁਹਾਨੂੰ ਇਲੈਕਟ੍ਰੋਨ ਟਰਾਂਸਪੋਰਟ ਚੇਨ ਵਰਗਾ ਦੇਖਣ ਨੂੰ ਮਿਲੂਗਾ। ਜੇ ਤੁਸੀਂ ਰੈਸਪੀਰੇਸ਼ਨ ਹਲੇ ਪੜ੍ਹਿਆ ਜਾਂ ਨਹੀਂ ਪੜ੍ਹਿਆ, ਜਾਂ ਆਪਣੇ ਲੋਅਰ ਕਲਾਸਿਸ ਦੇ ਵਿੱਚ ਇਲੈਕਟ੍ਰੋਨ ਟਰਾਂਸਪੋਰਟ ਚੇਨ ਪੜ੍ਹਿਆ ਹੋਏਗਾ, ਸੇਮ ਉਹਦੇ ਵਰਗਾ ਤੁਹਾਨੂੰ ਸਟਰਕਚਰ ਦਿਖੂਗਾ। ਪਰ ਇਹ ਹੈਗਾ ਆ TS ਆਫ ਮੈਂਬਰੇਨ ਆਫ ਥਾਈਲੇਕੋਇਡ। ਫੰਕਸ਼ਨ ਸੇਮ ਆ, ਜਿਵੇਂ ਇਲੈਕਟ੍ਰੋਨ ਟਰਾਂਸਪੋਰਟ ਚੇਨ 'ਚ ਹੁੰਦਾ ਹੈ ਉਵੇਂ ਹੀ ਇਹਦੇ ਵਿੱਚ ਵੀ ਹੁੰਦਾ ਆ। ਅਤੇ ਜੇ ਹੁਣ ਅਸੀਂ ਪਹਿਲਾਂ ਇੱਧਰ ਦੇਖ ਲੈਂਦੇ ਹਾਂ ਕਿ ਕੀ ਹੁੰਦਾ ਆ। ਲਾਈਟ ਰਿਐਕਸ਼ਨ ਦੇ ਵਿੱਚ ਐਸੀਮੀਲੇਟਰੀ ਪਾਵਰ ਬਣਦਾ ਹੈ। ਐਸੀਮੀਲੇਟਰੀ ਪਾਵਰ ਮਤਲਬ ਐਨਰਜੀ ਰਿਚ ਕੰਪਾਊਂਡ। ਹੁਣ ਉਹ ਕੀ ਐਨਰਜੀ ਕੰਪਾਊਂਡ ATP ਹੋਏਗਾ, ਪਲੱਸ ਇਹਦੇ ਵਿੱਚ NADPH ਔਰ H ਆਇਨਸ ਜਿਹੜੇ ਉਹ ਰਿਡਿਊਸ ਹੁੰਦੇ ਆ। ਠੀਕ ਹੈ। ਔਰ ਡਾਰਕ ਰਿਐਕਸ਼ਨ ਨੂੰ ਕੈਲਵਿਨ ਸਾਈਕਲ ਵੀ ਕਹਿੰਦੇ ਆ। ਇਹਦੇ ਵਿੱਚ CO2 ਜਿਹੜਾ ਆ ਫਿਕਸਡ ਹੁੰਦਾ ਆ ਜਾਂ ਅਸੀਂ CO2 ਫਿਕਸ ਕਰਵਾਉਂਦੇ ਹਾਂ ਇਨਟੂ ਗਲੂਕੋਜ਼, ਜਾਂ CO2 ਇਜ਼ ਰਿਡਿਊਸ ਟੂ ਗਲੂਕੋਜ਼, ਹੈ ਨਾ। ਮੇਨ ਤਾਂ ਫੋਟੋਸਿੰਥੇਸਿਸ ਰਿਐਕਸ਼ਨ ਇਹੀ ਆ ਕਿ ਕਾਰਬਨ ਡਾਈਆਕਸਾਈਡ ਪਲੱਸ ਵਾਟਰ ਮੋਲੀਕਿਊਲਸ ਮਿਲ ਕੇ ਕਾਰਬੋਹਾਈਡਰੇਟ ਬਣਾਉਂਦੇ ਆ, ਅਤੇ ਸਿੰਪਲ ਕਾਰਬੋਹਾਈਡਰੇਟ ਗਲੂਕੋਜ਼ ਆ। ਅਤੇ ਇਹੀ ਚੀਜ਼ ਦੋ ਹਿੱਸਿਆਂ 'ਚ ਹੁੰਦੀ ਆ ਕੰਪਲੀਟ, ਲਾਈਟ ਐਂਡ ਡਾਰਕ ਰਿਐਕਸ਼ਨ। ਡਾਰਕ ਅਸੀਂ ਹਲੇ ਕੰਸਨਟਰੇਟ ਨਹੀਂ ਕਰਦੇ, ਪਹਿਲਾਂ ਆਪਾਂ ਲਾਈਟ ਰਿਐਕਸ਼ਨ 'ਤੇ ਫੋਕਸ ਕਰਦੇ ਹਾਂ। ਹੁਣ ਜਿਹੜੇ ਅਸੀਂ ਗੱਲ ਕਰਦੇ ਹਾਂ ਕਿ ਆਹ ਜਿਹੜੇ 5 ਸੁਪਰਾ ਮੋਲੀਕੂਲਰ ਕੰਪਲੈਕਸਿਸ ਪ੍ਰੈਜ਼ੈਂਟ ਆ। ਹੁਣ ਇਹਦੇ ਵਿੱਚ ਆਹ ਜਿਹੜਾ ਆ ਬੇਟਾ ਫੋਟੋ ਸਿਸਟਮ 1 ਇਹਦੇ ਥੱਲੇ ਲਿਖਿਆ P700 P700, ਮਤਲਬ ਇਹ 700 ਨੈਨੋਮੀਟਰ ਵੇਵ ਲੈਂਥ ਵੱਲ 'ਤੇ ਲਾਈਟ ਜਿਹੜੀ ਆ ਸਭ ਤੋਂ ਅੱਛੀ ਐਬਜ਼ੋਰਬ ਕਰਦਾ ਆ। ਅਤੇ PS1 ਫੋਟੋ ਸਿਸਟਮ 1 'ਤੇ ਲਿਖਿਆ ਹੋਇਆ ਆ ਦੇ ਥੱਲੇ P680, ਮਤਲਬ ਇਹ 680 ਨੈਨੋਮੀਟਰ 'ਤੇ ਲਾਈਟ, ਨੈਨੋਮੀਟਰ ਵੇਵ ਲੈਂਥ 'ਤੇ ਲਾਈਟ ਬਹੁਤ ਅੱਛੀ ਐਬਜ਼ੋਰਬ ਕਰਦਾ ਆ। ਹੁਣ ਇਸ ਵੇਵ ਲੈਂਥ 'ਤੇ ਤਕਰੀਬਨ ਰੈੱਡ ਲਾਈਟ ਪ੍ਰੈਜ਼ੈਂਟ ਹੁੰਦੀ ਆ। ਸੋ ਵੀ ਕੈਨ ਸੇ ਦੈਟ ਦੀਸ 2 ਫੋਟੋ ਸਿਸਟਮ ਕੈਨ ਐਬਜ਼ੋਰਬ ਰੈੱਡ ਲਾਈਟ, ਬਹੁਤ ਅੱਛੇ ਤਰੀਕੇ ਨਾਲ ਐਬਜ਼ੋਰਬ ਕਰ ਲੈਂਦੇ ਰੈੱਡ ਲਾਈਟ। ਚਲੋ ਉੱਤੇ ਅਸੀਂ ਹਲੇ ਜਾਣਾ ਨਹੀਂ।
ਹੁਣ ਜੇ ਲਾਈਟ ਰਿਐਕਸ਼ਨ ਦੇਖੀਏ ਤਾਂ ਇਹਦੇ ਵਿੱਚ 5-6 ਚੀਜ਼ਾਂ ਪ੍ਰੈਜ਼ੈਂਟ ਹੁੰਦੀਆਂ ਆ, ਮੋਲੀਕਿਊਲਸ ਜਿਹੜੇ ਅਸੀਂ ਕਹਿ ਰਹੇ ਹਾਂ ਕੰਪਲੈਕਸ। ਫੋਟੋ ਸਿਸਟਮ 1, ਫੋਟੋ ਸਿਸਟਮ 2, ਆ ਫੋਟੋ ਸਿਸਟਮ 1 ਔਰ 2 ਪ੍ਰੈਜ਼ੈਂਟ ਆ। ਹੁਣ ਫੋਟੋ ਸਿਸਟਮਸ ਨੂੰ ਜੇ ਅਸੀਂ ਸਮਝੀਏ ਤਾਂ ਇਹ ਜਿਹੜਾ ਫੋਟੋ ਸਿਸਟਮ ਹੈ, ਮੰਨ ਲਓ ਇੱਕ ਫੋਟੋ ਸਿਸਟਮ ਨੂੰ ਕੰਸੀਡਰ ਕਰ ਲੈਂਦੇ ਹਾਂ, ਤਾਂ ਇਹਦੇ ਆਲੇ ਦੁਆਲੇ ਤਾਂ ਕੁਛ ਲਾਈਟ ਹਾਰਵੈਸਟਿੰਗ ਕੰਪਾਊਂਡਸ ਪ੍ਰੈਜ਼ੈਂਟ ਹੋਣੇ ਆ, ਜਿਹੜੇ ਕਿ ਫੋਟੋ ਸਿਸਟਮ ਦਾ ਹਿੱਸਾ ਨਹੀਂ ਹੈਗੇ, ਪਰ ਇਹ ਲਾਈਟ ਨੂੰ ਐਬਜ਼ੋਰਬ ਕਰਕੇ ਜਦੋਂ ਵੀ ਇਹਨਾਂ ਨੂੰ ਲਾਈਟ ਐਨਰਜੀ ਸਨਲਾਈਟ ਤੋਂ ਮਿਲੂਗੀ, ਇਹ ਲਾਈਟ ਐਬਜ਼ੋਰਬ ਕਰਕੇ ਫੋਟੋ ਸਿਸਟਮਸ ਨੂੰ ਦੇ ਦਿੰਦੇ ਆ। ਬਸ ਇਹਨਾਂ ਦਾ ਕੰਮ ਇੰਨਾ ਆ, ਠੀਕ ਹੈ। ਫਿਰ ਫੋਟੋ ਸਿਸਟਮ ਦੇ ਅੰਦਰ ਬਹੁਤ ਸਾਰੇ ਫੋਟੋਸਿੰਥੈਟਿਕ ਪਿਗਮੈਂਟਸ ਪ੍ਰੈਜ਼ੈਂਟ ਹੁੰਦੇ ਆ ਅਤੇ ਰਿਐਕਸ਼ਨ ਸੈਂਟਰ ਪ੍ਰੈਜ਼ੈਂਟ ਹੋਣਾ ਆ। ਹੁਣ ਇਹ ਜਦੋਂ ਵੀ ਸਨਲਾਈਟ ਆਈ ਤਾਂ ਇਹ ਸਨਲਾਈਟ ਨੂੰ ਇਹਨਾਂ ਸਾਰੇ ਪਿਗਮੈਂਟਸ ਨੇ ਐਬਜ਼ੋਰਬ ਕਰਨਾ ਆ ਅਤੇ ਸਾਰੀ ਲਾਈਟ ਇਸ ਰਿਐਕਸ਼ਨ ਸੈਂਟਰ ਨੂੰ ਦੇ ਦੇਣੀ ਆ। ਹੁਣ ਇਸ ਰਿਐਕਸ਼ਨ ਸੈਂਟਰ ਕੋਲ ਇਲੈਕਟ੍ਰੋਨਸ ਹੁੰਦੇ ਆ, ਤਾਂ ਐਨਰਜੀ ਲੈ ਕੇ ਇਹਨਾਂ ਇਲੈਕਟ੍ਰੋਨਸ ਨੇ ਗਰਾਊਂਡ ਸਟੇਟ ਤੋਂ ਥੱਲੇ ਤੋਂ ਐਕਸਾਈਟ ਕਰ ਜਾਣਾ, ਕਿਉਂਕਿ ਇਹਨਾਂ ਨੂੰ ਐਨਰਜੀ ਵਾਧੂ ਮਿਲ ਜਾਣੀ ਹੈ। ਖੁਸ਼ ਹੋ ਕੇ ਐਨਰਜੀ ਲੈ ਕੇ ਇਹਨਾਂ ਨੇ ਐਕਸਾਈਟ ਕਰ ਜਾਣਾ ਟੂ ਐਕਸਾਈਟਿਡ ਸਟੇਟ, ਠੀਕ ਹੈ ਬੇਟਾ। ਕੁਛ ਨਹੀਂ ਹੈਗਾ, ਜਦੋਂ ਵੀ ਫੋਟੋ ਸਿਸਟਮ ਨੇ ਲਾਈਟ ਐਬਜ਼ੋਰਬ ਕਰਨੀ ਆ, ਲਾਈਟ ਐਨਰਜੀ ਫੋਟੋ ਸਿਸਟਮ ਨੂੰ ਮਿਲਣੀ ਆ, ਤਾਂ ਉੱਥੇ ਜਿੰਨੇ ਵੀ ਫੋਟੋਸਿੰਥੈਟਿਕ ਪਿਗਮੈਂਟਸ ਵਗੈਰਾ ਪ੍ਰੈਜ਼ੈਂਟ ਹੁੰਦੇ ਆ, ਸਾਰਿਆਂ ਨੇ ਖੁਸ਼ੀ ਖੁਸ਼ੀ ਉਹ ਲਾਈਟ ਐਬਜ਼ੋਰਬ ਕਰਕੇ ਰਿਐਕਸ਼ਨ ਸੈਂਟਰ ਅੰਦਰ ਜਿਹੜਾ ਪ੍ਰੈਜ਼ੈਂਟ ਉਹਨੂੰ ਦੇ ਦੇਣੀ ਆ। ਅਤੇ ਉੱਥੇ ਜਿਹੜੇ ਇਲੈਕਟ੍ਰੋਨਸ ਪ੍ਰੈਜ਼ੈਂਟ ਹੁੰਦੇ ਆ, ਉਹਨਾਂ ਨੇ ਖੁਸ਼ ਹੋ ਕੇ ਉਹ ਲਾਈਟ ਦੀ ਮਿਠਾਈ ਖਾਣੀ ਆ ਅਤੇ ਐਕਸਾਈਟ ਹੋ ਜਾਣਾ ਫਰੋਮ ਗਰਾਊਂਡ ਸਟੇਟ ਟੂ ਐਕਸਾਈਟਿਡ ਸਟੇਟ। ਜੰਪ ਕਰ ਗਏ ਕਹਿ ਲਓ, ਜਾਂ ਉੱਪਰ ਨੂੰ ਉਛਲ ਗਏ, ਜਿਹੜੀ ਭਾਸ਼ਾ ਤੁਹਾਨੂੰ ਯਾਦ ਹੁੰਦੀ ਹੈ। ਹੁਣ ਬੇਟਾ ਜਦੋਂ ਇਹਨਾਂ ਨੇ ਐਕਸਾਈਟਿਡ ਕੰਡੀਸ਼ਨ 'ਚ ਆਉਣਾ ਆ ਜਾਂ ਐਕਸਾਈਟ ਹੋ ਜਾਣਾ ਆ, ਤਾਂ ਇਹਨਾਂ ਵਿੱਚੋਂ ਐਨਰਜੀ ਲੂਜ਼ ਹੋਣੀ ਆ, ਠੀਕ ਹੈ। ਜਿਹੜੀ ਐਨਰਜੀ ਇਹਨਾਂ ਨੇ ਐਬਜ਼ੋਰਬ ਕਰਕੇ ਜੰਪ ਕੀਤੇ ਸੀਗੇ, ਉਹ ਜੰਪ ਕਰਨ ਤੋਂ ਬਾਅਦ 'ਚ ਐਨਰਜੀ ਜਿਹੜੀ ਹੈ ਲੂਜ਼ ਹੋਣੀ ਆ। ਤਾਂ ਜਿਹੜੀ ਐਨਰਜੀ ਲੂਜ਼ ਹੋਈ, ਉਹ ਐਨਰਜੀ ਜਿਹੜੀ ਆਪਾਂ ਗੱਲ ਕੀਤੀ ਕਿ ਅਸਿਮਿਲੇਟਰੀ ਪਾਵਰ ਹੁੰਦਾ ਆ ATP, ਤਾਂ ADP ਨੇ ਇਨਆਰਗੈਨਿਕ ਫਾਸਫੇਟ ਐਨਰਜੀ ਚਾਹੀਦੀ ਹੁੰਦੀ ਆ। ਹੁਣ ਆ ADP ਮੀਨਸ ਡਾਈਫਾਸਫੇਟ ਐਡੀਨੋਸਿਨ ਡਾਈਫਾਸਫੇਟ, ਚਾਹੀਦਾ ਸਾਨੂੰ ATP ਐਨਰਜੀ। ਤਾਂ ਇਸ ADP ਦੇ ਵਿੱਚ ਇਨਆਰਗੈਨਿਕ ਫਾਸਫੇਟ ਜੁੜੂਗਾ ਤਾਂ ਹੀ ATP ਬਣੂਗਾ। ਤਾਂ ਇਹ ਇਨਆਰਗੈਨਿਕ ਫਾਸਫੇਟ ਨੂੰ ADP ਨਾਲ ਜੁੜਨ ਲਈ ਐਨਰਜੀ ਚਾਹੀਦੀ ਆ। ਉਹ ਐਨਰਜੀ ਕਿੱਥੋਂ ਮਿਲੂਗੀ? ਆ ਜਿਹੜੇ ਇਲੈਕਟ੍ਰੋਨ ਐਕਸਾਈਟ ਹੁੰਦੇ ਆ, ਉਹ ਐਕਸਾਈਟਿਡ ਇਲੈਕਟ੍ਰੋਨਸ ਨੇ ਐਕਸਾਈਟ ਹੋਣ ਤੋਂ ਬਾਅਦ 'ਚ ਐਨਰਜੀ ਲੂਜ਼ ਕਰਨੀ ਆ। ਉਹ ਐਨਰਜੀ ADP ਨੇ ਫਟਾਫਟ ਲੈਣੀ ਆ ਇਨਆਰਗੈਨਿਕ ਫਾਸਫੇਟ ਨੂੰ ਆਪਣੇ ਨਾਲ ਜੋੜਨ ਲਈ, ਅਤੇ ATP ਬਣ ਜਾਣਾ ਹੈ। ਇਸ ਤਰ੍ਹਾਂ ਐਨਰਜੀ ਜਿਹੜੀ ਆ ਅਸਿਮਿਲੇਟਰੀ ਪਾਵਰ ਦੀ ਗੱਲ ਕੀਤੀ ਸੀਗੀ, ATP ਸਾਨੂੰ ਮਿਲ ਜਾਂਦੀ ਆ, ਪਲਾਂਟਸ ਨੂੰ ਮਿਲ ਜਾਂਦੀ ਹੈ, ਕਹਿਣ ਦਾ ਮਤਲਬ। ਫਿਰ ਕੁਛ ਕਪਲਿੰਗ ਫੈਕਟਰਸ ਪ੍ਰੈਜ਼ੈਂਟ ਹੁੰਦੇ। ਕਪਲਿੰਗ ਫੈਕਟਰਸ ਤਾਂ ਚਲੋ ਇਹੀ ਆ ADP ਪਲਸ ਇਨਆਰਗੈਨਿਕ ਫਾਸਫੇਟ। ਇਸ ਤੋਂ ਇਲਾਵਾ ਇਹਦੇ ਵਿੱਚ ਪ੍ਰੈਜ਼ੈਂਟ ਹੁੰਦੇ ਲਾਈਟ ਰਿਐਕਸ਼ਨ ਦੇ ਵਿੱਚ, ਜਿਹੜੇ ਆਪਾਂ ਕਹੇ ਕਿ 5 ਮੋਲੀਕੂਲਰ ਕੰਪਲੈਕਸਸ ਪ੍ਰੈਜ਼ੈਂਟ ਹੁੰਦੇ ਆ। ਇੱਕ ਹੈਗਾ ਆ ਸਾਈਟੋਕ੍ਰੋਮ B6F, ਇਹ ਕੰਪਲੈਕਸ ਆ। ਉਸ ਤੋਂ ਇਲਾਵਾ ਪਲਾਸਟੋਕਿਨੋਨ ਅਤੇ ਪਲਾਸਟੋਸਾਈਨਿਨ। ਹੁਣ ਇਹ ਜਿਹੜੇ ਪਲਾਸਟੋਕਿਨੋਨ ਅਤੇ ਪਲਾਸਟੋਸਾਈਨਿਨ ਆ ਬੇਟਾ, ਇਹ ਮੋਬਾਈਲ ਇਲੈਕਟ੍ਰੋਨ ਕੈਰੀਅਰਸ ਆ, ਮਤਲਬ ਇਹ ਤੁਰ ਫਿਰ ਸਕਦੇ ਆ ਅਤੇ ਇਲੈਕਟ੍ਰੋਨ ਨੂੰ ਆਪਣੇ ਨਾਲ ਲਿਜਾ ਕੇ ਦੂਸਰੇ ਕੰਪਾਊਂਡ ਨੂੰ ਦੇ ਦਿੰਦੇ ਆ। ਤਾਂ ਇਲੈਕਟ੍ਰੋਨ ਦੀ ਮੂਵਮੈਂਟ ਵੀ ਹੋ ਗਈ। ਅਤੇ ਇਸ ਰਿਐਕਸ਼ਨ ਦੇ ਵਿੱਚ ਆਪਾਂ ਦੇਖਦੇ ਹਾਂ ਚੇਨ ਦੇ ਵਿੱਚ ਕਿ ਜਿਹੜਾ ਸਾਈਟੋਕ੍ਰੋਮ B6F ਆ, ਹੁਣ ਇੱਥੇ ਹੈਗਾ ਪਲਾਸਟੋਕਿਨੋਨ, ਇਹਦੇ ਕੋਲੋਂ ਇਲੈਕਟ੍ਰੋਨ ਲੈਣਾ ਆ ਅਤੇ ਸਾਈਟੋਕ੍ਰੋਮ B6 ਨੂੰ ਦੇ ਦੇਣਾ, ਕਿਉਂਕਿ ਇਹ ਆਪ ਤੁਰ ਫਿਰ ਸਕਦਾ ਆ ਅਤੇ ਇਲੈਕਟ੍ਰੋਨ ਨੂੰ ਢੋ ਸਕਦਾ, ਖਿੱਚ ਸਕਦਾ, ਲਿਜਾ ਸਕਦਾ ਹੈ। ਸਾਈਟੋਕ੍ਰੋਮ B6 ਤੋਂ
ਪਲਾਸਟੋਸਾਈਨਿਨ। ਹੁਣ ਪਲਾਸਟੋਸਾਈਨਿਨ ਵੀ ਜਿਹੜਾ ਆ ਇਹ ਮੋਬਾਈਲ ਇਲੈਕਟ੍ਰੋਨ ਕੈਰੀਅਰ ਆ। ਇਹਨੇ ਇਹ ਤੋਂ ਇਲੈਕਟ੍ਰੋਨ ਲੈਣਾ ਆ, ਤੁਰ ਫਿਰ ਕੇ ਇਹਨੇ ਪਹੁੰਚਾ ਦੇਣਾ ਆ ਫੋਟੋ ਸਿਸਟਮ 2 ਦੇ ਵਿੱਚ। ਇੱਥੇ ਹੁਣ ਫੋਟੋ ਸਿਸਟਮ 1 ਕੋਲ ਇੱਕ ਐਫੀਸ਼ੀਐਂਸੀ ਹੋਰ ਹੁੰਦੀ ਆ, ਕੁਆਲਿਟੀ ਕਹਿ ਸਕਦੇ, ਇੱਕ ਸਪੈਸ਼ਲਿਟੀ ਹੋਰ ਹੁੰਦੀ ਆ ਕਿ ਫੋਟੋ ਸਿਸਟਮ 2 ਕੋਲ ਇੱਕ ਸਪੈਸ਼ਲਿਟੀ ਹੋਰ ਹੁੰਦੀ ਆ ਕਿ ਇਹ ਵਾਟਰ ਨੂੰ ਤੋੜ ਸਕਦਾ ਆ, ਹਾਈਡਰੋਜਨ ਆਇਨ ਅਤੇ ਆਕਸੀਜਨ। ਤਾਂ ਜਿਹੜੀ ਅਸੀਂ ਗੱਲ ਕਰਦੇ ਸੀਗੇ ਫੋਟੋਸਿੰਥੇਸਿਸ ਰਿਐਕਸ਼ਨ, ਰੂਬਨ ਐਂਡ ਕਿਊਮਨ ਨੇ ਡਿਸਕਵਰ ਕੀਤਾ ਕਿ ਫੋਟੋਲਿਸਿਸ ਆਫ ਵਾਟਰ ਹੁੰਦਾ ਹੈ, ਉਹਦੇ ਨਾਲ ਆਕਸੀਜਨ ਬਾਏ ਪ੍ਰੋਡਕਟ ਨਿਕਲਦਾ, ਤਾਂ ਉਹ ਇਹਦਾ ਕੰਮ ਆ ਫੋਟੋ ਸਿਸਟਮ 2 ਦਾ। ਸੇਮ ਵੇ ਕੁਛ ਕੁਆਲਿਟੀ ਫੋਟੋ ਸਿਸਟਮ 1 ਕੋਲ ਵੀ ਹੁੰਦੀ ਆ। ਤਾਂ ਫੋਟੋ ਸਿਸਟਮ 1 ਕੋਲ ਕੀ ਵਿਸ਼ੇਸ਼ਤਾ ਆ ਕਿ ਉਹਨੇ NADP+ ਨੂੰ NADPH+ ਹਾਈਡਰੋਜਨ ਆਇਨਸ 'ਚ ਚੇਂਜ ਕਰ ਦੇਣਾ ਜਾਂ ਬਦਲ ਦੇਣਾ ਆ ਜਾਂ ਬਣਾ ਦੇਣਾ ਆ, ਅਸੀਂ ਕਹਿ ਸਕਦੇ ਹਾਂ। ਹੁਣ ਇਹ ਤਾਂ 3-4 ਅਸੀਂ ਇਹ ਕੰਪਲੈਕਸਸ ਪੜ੍ਹ ਲਏ। ਜਿਹੜਾ ਹੁਣ ਅਸੀਂ ਕਪਲਿੰਗ ਫੈਕਟਰ ਦੀ ਉੱਥੇ ਗੱਲ ਕੀਤੀ ਸੀਗੀ, ਤਾਂ ਜਿਹੜਾ ਲਾਸਟ ਫੈਕਟਰ ਹੁੰਦਾ ਆ ਇਹ ਤਕਰੀਬਨ ਇਸ ਤਰ੍ਹਾਂ ਦਾ ਹੁੰਦਾ ਆ। ਇਹ ਹੁੰਦੀ ਆ ATP ਸਿੰਥੇਟੇਸ ਇੰਜ਼ਾਈਮ। ਇਹ ਐਕਚੁਅਲੀ ਇੰਜ਼ਾਈਮਸ ਜਾਂ ਇੱਦਾਂ ਦਾ ਕਹਿ ਲਓ ਕੰਪਲੈਕਸ ਆ ਜਿਹਦੇ ਕੋਲ ਇੰਜ਼ਾਈਮ ਪ੍ਰੈਜ਼ੈਂਟ ਹੁੰਦੀ ਆ ATP ਨੂੰ ਬਣਾਉਣ ਵਾਲੀ। ਤਾਂ ਇਹ ATP ਸਿੰਥੇਟੇਸ ਇੰਜ਼ਾਈਮ ਹੀ ਆ ਇੱਕ ਤਰ੍ਹਾਂ ਦੀ, ਜਿਹੜੀ ਕਿ ATP ਬਣਾ ਲੈਂਦੀ ਹੈ ADP ਔਰ ਇਨਆਰਗੈਨਿਕ ਫਾਸਫੇਟ ਦੇ ਜੁੜਨ ਨਾਲ। ਠੀਕ ਹੈ, ਇਹ ਰਿਐਕਸ਼ਨ ਥਾਈਲੇਕੋਇਡ ਮੈਂਬਰੇਨ 'ਚ ਹੁੰਦੀ ਆ, ਪਰ ਹੈ ਸਿਮਿਲਰ ਟੂ ਇਲੈਕਟ੍ਰੋਨ ਟਰਾਂਸਪੋਰਟ ਚੇਨ ਕਿ ਉਹਦੇ ਵਿੱਚ ਵੀ ਇੱਦਾਂ ਹੀ ਕੰਪਲੈਕਸਸ ਹੁੰਦੇ ਆ ਅਤੇ ਉਹ ਇੱਕ ਦੂਸਰੇ ਤੋਂ, ਇੱਥੇ ਅਸੀਂ ਹਾਲੇ ਡਿਟੇਲ 'ਚ ਨਹੀਂ ਪੜ੍ਹਨਾ, ਇੱਕ ਦੂਸਰੇ ਵੱਲ ਇਲੈਕਟ੍ਰੋਨਸ ਵੀ ਮੂਵ ਕਰਦੇ ਰਹਿੰਦੇ ਆ। ਅਤੇ ਜਿਹੜਾ ਇੱਥੇ NADH2 ਤੋਂ ਹਾਈਡਰੋਜਨ ਆਇਨ ਨਿਕਲਿਆ ਉਹ ਮਾਈਟੋਕੌਂਡਰੀਆ ਦੇ ਵਿੱਚ ਹੁੰਦੀ ਹੈ ਇਲੈਕਟ੍ਰੋਨ ਟਰਾਂਸਪੋਰਟ ਚੇਨ, ਅਤੇ ਮਾਈਟੋਕੌਂਡਰੀਅਲ ਮੈਟ੍ਰਿਕਸ ਤੋਂ ਇਨਰ ਮੈਂਬਰੇਨ ਤੱਕ ਹਾਈਡਰੋਜਨ ਆਇਨ ਵੀ ਧੱਕਦੀ ਰਹਿੰਦੀ ਆ। ਫਿਰ ਉਹ ਸਾਰੇ ਹਾਈਡਰੋਜਨ ਆਇਨਸ ਜਿਹੜੇ ਆ ਥਰੂ ATP ਸਿੰਥੇਟੇਸ ਇੰਜ਼ਾਈਮ ਉੱਥੇ ਵੀ ਹੁੰਦੀ ਆ, ਉਹਦੇ ਥਰੂ ਇੱਧਰ ਨੀਚੇ ਫਿਰ ਆ ਜਾਂਦੇ ਆ ਅਤੇ ਜਿਹੜੀ ਆ ATP ਵੀ ਬਣ ਜਾਂਦਾ ਉੱਥੇ। ਉਹ ਥੋੜ੍ਹਾ ਜਿਹਾ ਅਸੀਂ ਰੈਸਪੀਰੇਸ਼ਨ 'ਚ ਪੜ੍ਹਾਂਗੇ, ਪਰ ਇਹ ਮੈਂ ਇੰਨਾ ਕੁ ਇੱਥੇ ਦੱਸਣਾ ਜ਼ਰੂਰੀ ਸੀਗਾ ਕਿ ਰਿਐਕਸ਼ਨ ਇਲੈਕਟ੍ਰੋਨ ਟਰਾਂਸਪੋਰਟ ਚੇਨ ਵਰਗੀ ਹੁੰਦੀ ਆ। ਹੁਣ ਅਸੀਂ ਨੈਕਸਟ ਵੀਡੀਓ 'ਚ ਪੜ੍ਹਾਂਗੇ ਸਾਈਕਲਿਕ ਐਂਡ ਨੋਨ ਸਾਈਕਲਿਕ। ਜੇ ਇੰਨਾ ਸਮਝ ਆ ਗਿਆ ਤਾਂ ਉਹ ਬਹੁਤ ਈਜ਼ੀ ਆ। ਇਹਨੂੰ ਪਹਿਲਾਂ ਸੁਣ ਲਿਓ, ਪੜ੍ਹ ਲਿਓ, ਨਹੀਂ ਸਮਝ ਆਇਆ ਤਾਂ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ ਬੇਟਾ।